ਮੈਨੂੰ ਸ਼ਬਦ ਨਹੀਂ ਔੜ ਰਹੇ, ਮੇਰੇ ਜੇਨ ਦੇ ਵਿੱਚ ਮੇਰੀ ਗਲਤੀ ਮੈਨੂੰ ਬਾਰ-ਬਾਰ ਮੈਨੂੰ ਇੱਥੇ ਆਣ ਕੇ ਅਹਿਸਾਸ ਹੋਈ ਜਾ ਰਿਹਾ। ਵਿਆਹ ਮੁਲਤਵੀ ਹੋ ਗਿਆ ਯਾਰ, ਬੜੀ ਵੱਡੀ ਗਲਤੀ ਆ ਇਹ, ਬਹੁਤ ਵੱਡੀ। ਭਾਜੀ ਮੇਰੇ ਕੋਲ ਰੋਟੀ ਖਾਣ ਜੋ ਕਿ ਪੈਸੇ ਨਹੀਂ ਹੈਗੇ ਕਿ ਸਾਨੂੰ 3-4 ਦਿਨ ਹੋ ਗਏ ਕਿ ਮੈਂ ਹੀ ਚਾਹ ਦਾ ਵੀ ਮੂੰਹ ਨਹੀਂ ਵੇਖ ਪਾਦੇ ਕਿ ਸਾਡੇ 'ਚ ਇੰਨੀ ਹਿੰਮਤ ਕਿ 10 ਰੁਪਏ ਦੀ ਖੰਡ ਲਿਆ ਕੇ ਕਿ ਮੈਂ ਬੱਚਿਆਂ ਨੂੰ ਚਾਹ ਕੱਪ 'ਚ ਪਾ ਦਾਂ। ਕਿਸੇ ਰਿਸ਼ਤੇਦਾਰ, ਭੈਣ ਭਰਾ, ਸੰਗੀ ਸਾਥੀ, ਆਂਢ ਗੁਆਂਢ ਨੇ ਕੋਈ ਪੈਸਾ ਨਹੀਂ ਦਿੱਤਾ ਤੇ ਮੈਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਸੁਣਿਆ ਔਰ ਸੱਚੀ ਮੁੱਚੀ ਅੰਦਰ ਤੱਕ ਇਹ ਗੱਲ ਮੈਨੂੰ ਝੰਜੋੜ ਕੇ ਰੱਖ ਗਈ ਹੈ ਕਿ ਬੇਟੀ ਦਾ ਵਿਆਹ ਪੋਸਟਪੋਨ ਕਰਨਾ ਪਿਆ। ਮੈਂ ਤੇ ਇਸ ਗੱਲ ਦੇ ਲਈ ਭੈਣ ਜੀ ਤੁਹਾਡੇ ਕੋਲ ਮਾਫੀ ਮੰਗਣਾ। ਮੈਂ ਮੇਰੀ ਹੱਥ ਜੋੜ ਕੇ ਭੈਣ ਭਰਾਵਾਂ ਨੂੰ ਇਹੋ ਬੇਨਤੀ ਆ ਕਿ ਜੋ ਸਾਦੀ ਬਣਦੀ ਆ ਬੇਟੀ ਦਾ ਵਿਆਹ ਕਰਨਾ ਹੈ ਤੇ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਕਿਰਾਇਆ ਵੀ ਦਿੱਤਾ ਜਾਏਗਾ, ਮੈਨੂੰ ਲੱਗਦਾ ਕਿਰਾਏ ਤੇ ਵੀ ਲੀਕ ਫੇਰ ਦੂ ਸੰਗਤ। ਬਸ ਮੈਨੂੰ ਇਹ ਬੇਟੀ ਬਸ ਉੜ ਜਾ, ਹੋਰ ਮੈਨੂੰ ਕੋਈ ਟੈਨਸ਼ਨ ਨਹੀਂ, ਬਸ ਮੈਨੂੰ ਬੇਟੀ ਦਾ ਸਾਥ ਦੇ ਦਿਓ ਤੇ ਬਸ ਜੋ ਸਾਦਾ ਬਣਦਾ ਬਸ ਹੋਰ ਮੈਨੂੰ ਕੁਝ ਨਹੀਂ ਚਾਹੀਦਾ, ਬਸ ਬੇਟੀ ਬੂਏ ਉੜ ਜੇ। ਬਹੁਤ ਮਿਹਰਬਾਨੀ ਜੀ। ਸਾਧ ਸੰਗਤ ਜੀ, ਆਓ ਸਾਰੇ ਰਲ ਮਿਲ ਕੇ ਇਸ ਭੈਣ ਦੀਆਂ ਸਾਰੀਆਂ ਰੀਝਾਂ ਪੂਰੀਆਂ ਕਰੀਏ ਤੇ ਇਹਦੇ ਜਿਹੜੇ ਜੇਨ ਦੇ ਉੱਤੇ ਇੱਕ ਬੋਝ ਆ ਬੜਾ ਵੱਡਾ। ਉਹਨਾਂ ਨੇ ਇਸ ਤਰ੍ਹਾਂ ਸ਼ਾਪਿੰਗ ਕੀਤੀ ਹੈ ਜਿਵੇਂ ਆਪਣੀ ਬੇਟੀ ਦਾ ਵਿਆਹ ਹੋਵੇ। ਅੱਛਾ ਭੈਣ ਜੀ ਸਰਬਜੀਤ, ਸੱਚੀ ਮੁੱਚੀ ਅੱਜ ਤੁਹਾਡੇ ਚਿਹਰੇ ਦੀ ਮੁਸਕਰਾਹਟ ਦੱਸਦੀ ਆ ਕਿ ਤੁਹਾਡੇ ਮਨ ਨੂੰ ਬੜੀ ਤਸੱਲੀ। ਭਾਜੀ ਮੈਨੂੰ ਸਭ ਤੋਂ ਵੱਡੀ ਮੁਸਕਰਾਹਟ ਵਾ ਕਿ ਜਦੋਂ ਤੁਸੀਂ ਮੇਰੀ ਬਾਂਹ ਫੜੀ ਨਾਣ ਕੇ ਮੈਂ ਦਿਲ ਤੋਂ ਹੀ ਆਪਣੇ ਭਰਾ ਦੇ ਰੂਪ 'ਚ ਤੁਹਾਨੂੰ ਵੇਖਿਆ। ਉਹ ਕੌਣ ਪਿਆਰਾ ਵਾ ਜਿਹੜਾ ਉਹਦੇ ਸਾਰਾ ਪੈਲਸ ਦਾ, ਰੋਟੀ ਪਾਣੀ ਦਾ, ਬਰਾਤ ਦਾ ਸਾਰਾ ਪ੍ਰਬੰਧ ਕਰ ਗਿਆ? ਅੱਛਾ। ਤੇ ਉਹ ਕਹਿੰਦੇ ਕਿ ਮੈਂ ਬੇਟੀ ਨੂੰ ਲਹਿੰਗਾ ਰੈਂਟ ਤੇ ਨਹੀਂ ਪਾਉਣ ਦੇਣਾ, ਮੈਂ ਲਹਿੰਗਾ ਆਪ ਆਣ ਕੇ ਨਵਾਂ ਲੈ ਕੇ ਪਾਉਣਾ ਹੈ। ਜਿਸ ਤਰ੍ਹਾਂ ਬੇਟੀ ਹੱਥ ਰੱਖੇ ਮੈਂ ਉਸ ਤਰ੍ਹਾਂ ਨਹੀਂ ਪਾਵਾਂਗੀ, ਤੁਸੀਂ ਮੈਨੂੰ ਦੀਦੀ ਡੀਕਿਓ ਜ਼ਰੂਰ। ਹੁਣ ਮਕਾਨ ਵੀ ਬਣ ਜਾਣਾ ਤੇ ਸਾਰੀਆਂ ਇਛਾਵਾਂ ਪੂਰੀਆਂ ਸਮਝੋ ਹੋ ਗਈਆਂ। ਬੇਟੀ ਦੇ ਸਹੁਰੇ ਚੰਗੇ ਨੇ, ਵਧੀਆ ਨੇ, ਉੱਥੇ ਸਤਿਗੁਰੂ ਕਿਰਪਾ ਕਰਨ, ਇਹਨੂੰ ਜ਼ਿੰਦਗੀ ਦੀ ਸਾਰੀਆਂ ਖੁਸ਼ੀਆਂ ਇਹਨੂੰ ਮਿਲਣ। ਅੱਜ ਤੁਸੀਂ ਗੱਲਬਾਤ ਤੋਂ ਚਿਹਰੇ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਅੱਜ ਬੀਬੀ ਸਰਬਜੀਤ ਕੌਰ ਦਾ ਚਿਹਰਾ ਔਰ ਇੰਨਾ ਖੁਸ਼ ਆ ਕਿਉਂਕਿ ਉਹਦੀ ਧੀ ਜਿਹੜੀ ਆ ਬੜੇ ਵਧੀਆ ਘਰ ਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਸੰਗਤ ਦੇ ਸਾਥ ਦੇ ਨਾਲ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਣੇ ਘਰ ਜਿਹੜੀ ਆ ਉਹ ਜਾਣ ਲੱਗੀ ਆ। ਕਿ ਜਾਂ ਲੱਗਦਾ ਕਿ ਸਭ ਕੁਝ ਆ ਹੀ ਗਿਆ? ਸਭ ਕੁਝ ਲੱਗਦਾ ਹੀ ਗਿਆ। ਬੇਟੀ ਨੂੰ ਵੀ ਲੱਗਦਾ ਕਿ ਸੰਗਤ ਨੇ ਸਭ ਕੁਝ ਭੇਜ ਹੀ ਦਿੱਤਾ, ਕਿਸੇ ਨੇ ਮਾਇਆ ਦੇ ਰੂਪ ਦੇ ਵਿੱਚ, ਕਿਸੇ ਨੇ ਸਮਾਨ ਦੇ ਰੂਪ ਦੇ ਵਿੱਚ, ਔਰ ਉਸ ਮਾਇਆ ਦੇ ਨਾਲ ਹੁਣ ਸਭ ਕੁਝ ਹੀ ਇਸ ਧੀ ਦੀ ਹਰ ਰੀਝ ਪੂਰੀ ਕੀਤੀ ਜਾ ਸਕਦੀ ਆ। ਅੱਜ ਅਸੀਂ ਇੱਕ ਵਾਰੀ ਫੇਰ ਪਹੁੰਚੇ ਹਾਂ ਜੀ ਬੀਬੀ ਸਰਬਜੀਤ ਦੇ ਘਰ ਗੁਰਦਾਸਪੁਰ ਸ਼ਹਿਰ ਦੇ ਵਿੱਚ।
ਔਰ ਗੀਤਾ ਭਵਨ ਰੋਡ ਦੇ ਉੱਤੇ ਇਹਨਾਂ ਦੇ ਘਰ ਦੇ ਵਿੱਚ। ਔਰ ਸਾਨੂੰ ਬੀਬੀ ਸਰਬਜੀਤ ਕੌਰ ਜੀ ਨੇ ਦੱਸਿਆ ਵੀ ਕੋਈ ਗੁਰਮੁਖ ਪਿਆਰੇ ਆਏ ਨੇ ਜਿਹੜੇ ਆਪਣਾ ਨਾਮ ਤੱਕ ਨਹੀਂ ਦੱਸ ਕੇ ਗਏ। ਇੱਕ ਖੂਬਸੂਰਤ ਪੇਟੀ ਪੂਰੀ ਸਮਾਨ ਦੀ ਭਰ ਕੇ ਤੁਹਾਡੇ ਸਾਹਮਣੇ ਤੁਸੀਂ ਵੇਖ ਰਹੇ ਹੋ ਕਿ ਹਰ ਜ਼ਰੂਰਤ ਦਾ ਸਮਾਨ ਬਹੁਤ ਹੀ ਵਧੀਆ ਕੁਆਲਿਟੀ ਦਾ, ਔਰ ਸਾਰਾ ਕੁਝ ਕੱਪੜੇ, ਬਿਸਤਰੇ, ਡਿਨਰ ਸੈੱਟ, ਜੂਸਰ, ਮਤਲਬ ਸਾਰਾ ਕੁਝ ਬੇਹੱਦ ਵਧੀਆ ਕੁਆਲਿਟੀ ਦਾ। ਔਰ ਇੱਕ ਨਾਲ ਵਾਸ਼ਿੰਗ ਮਸ਼ੀਨ ਜਿਹੜੀ ਆ ਇਹਨਾਂ ਨੂੰ ਉਹ ਦੇ ਗਿਆ, ਹੋਕਾ ਦਿੱਤਾ ਸੀ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ। ਔਰ ਸਤਿਗੁਰੂ ਜੀ ਸੰਗਤ ਦੇ ਮਨ 'ਚ ਵਸੇ ਨੇ। ਮੇਰਾ ਬੜਾ ਦਿਲ ਕਰਦਾ ਸੀ ਕਿ ਉਸ ਪਰਿਵਾਰ ਦਾ ਮੈਨੂੰ ਪਤਾ ਲੱਗੇ, ਮੈਂ ਉਹਨਾਂ ਦਾ ਜ਼ਿਕਰ ਕਰਾਂ, ਪਰ ਵਾਰੇ ਜਾਈਏ ਉਹਨਾਂ ਗੁਰਮੁਖਾਂ ਪਿਆਰਿਆਂ ਦੇ ਜਿਨ੍ਹਾਂ ਆਪਣਾ ਨਾਮ ਵੀ ਨਹੀਂ ਦੱਸਿਆ, ਤੇ ਸਾਰੇ ਦਾ ਸਾਰਾ ਹੀ ਵਿਆਹ ਦਾ ਸਮਾਨ ਜਿਹੜਾ ਜ਼ਰੂਰਤ ਦਾ ਸਮਾਨ ਸਾਰਾ ਜਿਹੜਾ ਉਹ ਦੇ ਗਏ ਨੇ। ਹੁਣ ਤੁਸੀਂ ਅਗਲੇ ਪਾਸੇ ਵੇਖੋ ਭਈ ਸਮਾਨ ਕਿੰਨਾ ਖੂਬਸੂਰਤ ਆ, ਬੜੀ ਰੀਝ ਦੇ ਨਾਲ ਉਹਨਾਂ ਨੇ ਸ਼ਾਪਿੰਗ ਕੀਤੀ ਹੋਈ ਆ। ਬਹੁਤ ਹੀ ਸੋਹਣੇ ਸੂਟ ਨੇ, ਵੇਖ ਰਹੇ ਹੋ ਇੱਕ ਚੀਜ਼। ਔਰ ਇਹ ਬੇਟੀ ਦੇ ਲਈ ਬੜੀਆਂ ਖੂਬਸੂਰਤ ਇਹ ਪਾਜੇਬਾਂ ਨੇ, ਔਰ ਬਹੁਤ ਹੀ ਵਧੀਆ ਕੁਆਲਿਟੀ ਦੀ ਘੜੀ, ਬਹੁਤ ਹੀ ਵਧੀਆ ਖੂਬਸੂਰਤ ਇਹ ਘੜੀ ਆ। ਔਰ ਇਹ ਤੁਸੀਂ ਵੇਖ ਰਹੇ ਹੋ ਚੂੜਾ ਕਲੀਰੇ, ਤੇ ਈਵਨ ਕਿ ਵਾਹ ਸੱਚਮੁੱਚ ਸ਼ਗਨ ਵਾਲਾ ਥਾਲ। ਔਰ ਮੈਂ ਵੇਖ ਰਿਹਾ ਕਿ ਉਹਦੇ ਵਿੱਚ ਜਿਹੜੀ ਇੱਕ ਪਿਆਲੀ ਪਈ ਆ ਉਹਦੇ ਵਿੱਚ ਕੇਸਰ ਤੱਕ ਉਹਨਾਂ ਨੇ ਖਰੀਦ ਕੇ ਰੱਖਿਆ। ਉਹਨਾਂ ਨੇ ਇਸ ਤਰ੍ਹਾਂ ਸ਼ਾਪਿੰਗ ਕੀਤੀ ਹੈ ਜਿਵੇਂ ਆਪਣੀ ਬੇਟੀ ਦਾ ਵਿਆਹ ਹੋਵੇ। ਔਰ ਇਹਨਾਂ ਕੋਈ ਸ਼ਿੰਗਾਰ ਬਾਕਸ ਆ, ਔਰ ਮਹਾਰਾਜ ਦਾ ਰਮਾਲਾ ਵੀ, ਕਿ ਆਨੰਦ ਕਾਰਜ ਵੇਲੇ ਰਮਾਲੇ ਦੀ ਸਾਏ ਚਿੱਠੀ ਤੱਕ ਉਹ ਨਾਲ ਲੈ ਕੇ ਆਏ ਨੇ। ਕਮਾਲ ਪਰਸ ਆ, ਬੜਾ ਖੂਬਸੂਰਤ ਪੱਗ ਆ, ਪੱਗਾਂ ਨੇ। ਔਰ ਇਹ ਪੂਰੇ ਦਾ ਪੂਰਾ ਤੁਸੀਂ ਅਟੈਚੀ ਜਿਹੜਾ ਵੇਖ ਰਹੇ ਹੋ ਕਿ ਇਹ ਸਾਰੇ ਦਾ ਸਾਰਾ ਕੱਪੜਿਆਂ ਦੇ ਨਾਲ ਭਰਿਆ ਹੋਇਆ, ਔਰ ਬੇਹੱਦ ਬਹੁਤ ਹੀ ਵਧੀਆ ਕੁਆਲਿਟੀ ਦੇ ਕੱਪੜੇ, ਬਹੁਤ ਹੀ ਪਿਆਰੀ ਸ਼ਾਪਿੰਗ ਕੀਤੀ ਆ, ਕਮਾਲ ਦੀ ਸ਼ਾਪਿੰਗ। ਨਾਮ ਸਤਿਗੁਰੂ ਜਾਣਦੇ ਨੇ। ਵੇਖੋ ਤੁਸੀਂ ਜੈਂਟਸ ਲਈ ਸ਼ਰਟਾਂ ਬਹੁਤ ਹੀ ਵਧੀਆ ਕੁਆਲਿਟੀ ਦੀਆਂ ਨੇ, ਔਰ ਇਹਨਾਂ ਹੁਣ ਨਾਮ ਲਿਖ ਕੇ ਉੱਥੇ ਜਿੱਥੇ ਆਪਣੇ ਪਰਿਵਾਰ ਦੇ ਵਿੱਚ ਨੌਂਗੇ ਜਿਨ੍ਹਾਂ ਨੂੰ ਕਹਿ ਦਿੰਦੇ ਹਾਂ ਅਸੀਂ, ਉਹ ਨੌਂਗੇ ਸਾਰੇ ਲੈ ਕੇ ਆਏ ਨੇ। ਸੱਚਮੁੱਚ ਮੈਂ ਇੱਕ ਵਾਰੀ ਫੇਰ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਉਸ ਪਰਿਵਾਰ ਦੇ ਲਈ ਅਰਦਾਸ ਕਰਦਾ ਜਿਨ੍ਹਾਂ ਨੇ ਇੰਨੀ ਰੀਝ ਦੇ ਨਾਲ, ਇੰਨੇ ਪਿਆਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਉਹ ਸਮਾਨ ਲੈ ਕੇ ਆਏ ਨੇ। ਸੇਵਾ ਸੰਗਤ ਨੇ ਬਹੁਤ ਭੇਜੀ ਹੈ ਬੀਬੀ ਸਰਬਜੀਤ ਦੇ ਕੋਲ, ਦਾਸ ਕੋਲ ਵੀ ਆਈ ਆ। ਅਤੇ ਆ ਛੋਟਾ ਜਿਹੇ ਮੈਂ ਇੱਕ ਤੋਹਫੇ ਜਿਹੜੇ ਆ ਨਿੱਕੇ ਜਿਹੇ ਲੈ ਕੇ ਆਇਆ, ਮੇਰੇ ਕੋਲ ਆਈ ਸੇਵਾ ਦੇ ਵਿੱਚੋਂ। ਬੇਟੀ ਦੇ ਲਈ ਈਅਰਿੰਗ ਨੇ, ਅਤੇ ਇਹ ਜਿਹੜੀ ਆ ਦਾਮਾਦ ਦੇ ਲਈ, ਇਹਨਾਂ ਦੇ ਲਈ ਇੱਕ ਮੈਂ ਛਾਪ ਲੈ ਕੇ ਆਇਆ, ਇੱਕ ਰਿੰਗ ਲੈ ਕੇ ਆਏ ਅਸੀਂ। ਅਜੇ ਅਸੀਂ ਹੋਰ ਵੀ ਬੜਾ ਕੁਝ ਸੋਚਦੇ ਹਾਂ, ਅਤੇ ਪਰ ਮੈਂ ਵੇਖ ਰਿਹਾ ਕਿ ਬਹੁਤ ਕੁਝ ਜਿਹੜਾ ਵੀ ਇਹ ਪਰਿਵਾਰ ਸੇਵਾ ਲੈ ਕੇ ਆਇਆ, ਤਕਰੀਬਨ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ। ਬਾਕੀ ਹੋਰ ਵੇਖਾਂਗੇ, ਅਜੇ ਕੁਛ ਦਿਨ ਬਾਕੀ ਨੇ ਵਿਆਹ ਦੇ ਵਿੱਚ। ਅੱਜ ਹੈਗੀ ਆ ਜੀ 30 ਅਕਤੂਬਰ, 21 ਨਵੰਬਰ ਨੂੰ ਬੇਟੀ ਦਾ ਵਿਆਹ। ਇਸ ਕਰਕੇ ਸੰਗਤ ਨੂੰ ਅਸੀਂ ਬੇਨਤੀ ਜ਼ਰੂਰ ਕਰਾਂਗੇ ਕਿ ਬੀਬੀ ਸਰਬਜੀਤ ਕੌਰ ਜੀ ਦਾ ਨੰਬਰ ਤੁਹਾਡੇ ਕੋਲ ਆ 8437705079 ਨੰਬਰ ਇਹਨਾਂ ਦਾ। ਉਸ ਨੰਬਰ ਦੇ ਉੱਤੇ ਇਹਨਾਂ ਨਾਲ ਸਲਾਹ ਕਰਕੇ, ਕਿਉਂਕਿ ਕਈ ਵਾਰੀ ਅਸੀਂ ਅੱਗੇ ਵੀ ਇੱਕ ਬੇਟੀ ਦਾ ਵਿਆਹ ਕੀਤਾ ਸੀ, ਸਾਰਾ ਕੁਝ ਡਬਲ ਹੋ ਗਿਆ ਸੀ। 2 ਫਰਿੱਜਾਂ ਆ ਗਈਆਂ, 2 TV ਆ ਗਏ, 2 ਵਾਸ਼ਿੰਗ ਮਸ਼ੀਨਾਂ ਆ ਗਈਆਂ, ਡਬਲ ਬੈੱਡ ਹੀ 2 ਆ ਗਏ। ਅਤੇ ਅਸੀਂ ਚਾਹੁੰਦੇ ਹਾਂ ਵੀ ਇਹ ਥੋੜ੍ਹਾ ਜਿਹਾ ਤਾਲਮੇਲ ਬਣਾ ਕੇ ਸੰਗਤ ਦੇ ਸਹਿਯੋਗ ਦੇ ਨਾਲ ਜਿਹੜਾ ਵਾ ਇਹ ਸਾਰਾ ਕੰਮ ਹੋ ਰਿਹਾ, ਅਤੇ ਅਸੀਂ ਚਾਹੁੰਦੇ ਹਾਂ ਵੀ ਵਧੀਆ ਤਰੀਕੇ ਨਾਲ ਜਿਹੜਾ ਸਾਰਾ ਕੰਮ ਹੋਵੇ। ਅੱਛਾ ਭੈਣ ਜੀ ਸਰਬਜੀਤ, ਸੱਚੀ ਮੁੱਚੀ ਅੱਜ ਤੁਹਾਡੇ ਚਿਹਰੇ ਦੀ ਮੁਸਕਰਾਹਟ ਦੱਸਦੀ ਆ ਕਿ ਤੁਹਾਡੇ ਮਨ ਨੂੰ ਬੜੀ ਤਸੱਲੀ ਆ। ਭਾਜੀ ਮੈਨੂੰ ਸਭ ਤੋਂ ਵੱਡੀ ਮੁਸਕਰਾਹਟ ਵਾ ਕਿ ਜਦੋਂ ਤੁਸੀਂ ਮੇਰੀ ਬਾਂਹ ਫੜੀ ਨਾਣ ਕੇ, ਮੈਂ ਦਿਲ ਤੋਂ ਹੀ ਆਪਣੇ ਭਰਾ ਦੇ ਰੂਪ 'ਚ ਤੁਹਾਨੂੰ ਵੇਖਿਆ ਸੀ। ਅੱਜ ਮੇਰਾ 4 ਦਿਨ ਹੋਏ ਤੁਹਾਨੂੰ ਮਿਲਣ ਨੂੰ ਜੀ ਕਰਦਾ। ਮੈਂ ਰੱਜ ਕੇ ਕੱਲ੍ਹ ਰੋਈ, ਅਤੇ ਸਵੇਰੇ ਫਿਰ ਮੈਂ ਤੁਹਾਡੇ ਨਾਲ ਗੱਲ ਕਰੀ ਬੜਾ ਰੋਈ ਕਿ ਮੇਰਾ ਮਿਲਣ ਨੂੰ ਬੜਾ ਜੀ ਕਰਦਾ ਸੀ, ਕਿ ਮੈਨੂੰ ਕਿਸੇ ਦੀ ਵੀ ਚੀਜ਼ ਦੀ ਨਹੀਂ ਲੋੜ, ਮੇਰੇ ਕੋਲ ਪੈਸਾ ਵੀ ਵਾਧੂ ਆ, ਮੇਰੇ ਕੋਲ ਕਿਸੇ ਗੱਲ ਦੀ ਕਮੀ ਨਹੀਂ ਰਹਿ ਗਈ। ਲੇਕਿਨ ਵੀਰ ਜੀ ਮੇਰਾ ਦਿਲ ਅੰਦਰ ਤੜਫਦਾ ਕਿ ਤੁਹਾਨੂੰ ਮਿਲਣ ਨੂੰ, ਕਿ ਮੇਰਾ ਉਹ ਵੀਰ ਮੈਨੂੰ ਆਣ ਕੇ ਮਿਲੇ, ਅਤੇ ਮੈਨੂੰ ਕਾਫੀ ਸਕੂਨ ਮਿਲਿਆ। ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਕਿ ਮੈਨੂੰ ਜੋ ਕਮੀ ਸੀ ਨਾ ਮੇਰੀ ਉਹ ਤੂੰ ਪੂਰੀ ਕੀਤੀ ਹੈ। ਸਤਿਗੁਰੂ ਨੇ ਕੀਤੀ ਹੈ ਜੀ, ਸਤਿਗੁਰੂ ਨੇ। ਮੈਂ ਤਾਂ ਸਿਰਫ ਸੰਗਤ ਦੇ ਸਾਹਮਣੇ ਤੁਹਾਡੀ ਮੁਸ਼ਕਿਲ ਪ੍ਰੋਬਲਮ ਰੱਖੀ, ਪਰ ਫਿਰ ਵੀ ਉਸ ਗੱਲ ਦਾ ਹਮੇਸ਼ਾ ਪਛਤਾਵਾ ਰਹੇਗਾ
ਕਿ ਬੇਟੀ ਦਾ ਵਿਆਹ ਜੁਲਾਈ 'ਚ ਹੋਣਾ ਸੀ, ਪਰ ਉਹ ਸਤਿਗੁਰੂ ਦੇ ਹੁਕਮ 'ਚ ਹੁੰਦੇ ਨੇ ਜਿਹੜੇ ਕੰਮ ਜਦੋਂ ਹੋਣੇ ਉਦੋਂ ਹੀ ਹੋਣੇ ਹੁੰਦੇ ਆ। ਤੇ ਉਸ ਗੱਲ ਦਾ ਵੀ ਦੁੱਖ ਲੱਗਾ। ਔਰ ਮੈਂ तमाम ਦੁਨੀਆ 'ਚ ਵਸਦੀਆਂ ਸੰਗਤਾਂ, ਮੇਰੇ ਕੋਲ ਵੀ ਬਹੁਤ ਸੰਗਤ ਨੇ ਸਾਥ ਦਿੱਤਾ। ਬੀਬੀ ਸਰਬਜੀਤ ਕੌਰ ਕੋਲ ਵੀ ਬਹੁਤ ਵਧੀਆ ਸੰਗਤ ਨੇ ਸਾਥ ਦਿੱਤਾ ਵਾ। ਭਈ ਹੁਣ ਜਦੋਂ ਸੰਗਤ ਆਉਂਦੀ ਆ ਤੇ ਆ ਕੇ ਜਦੋਂ ਪੁੱਛਦੇ ਆ ਵੀ ਬੀਬੀ ਜੀ ਦੱਸੋ ਕਿਸੇ ਚੀਜ਼ ਦੀ ਲੋੜ ਹੈ, ਤੇ ਕੀ ਕਹਿੰਦੇ ਹੁੰਦੇ ਹੋ? ਮੈਂ ਇੱਕੋ ਗੱਲ ਕਹਿੰਦੀ ਕਿ ਮੈਨੂੰ ਮੇਰੇ ਵੀਰ ਨੇ ਸਿਰ ਤੇ ਹੱਥ ਰੱਖਤਾ, ਮੈਨੂੰ ਕਿਸੇ ਚੀਜ਼ ਦੀ ਲੋੜ, ਮੈਨੂੰ ਪੈਸੇ ਦੀ ਕਿਸੇ ਚੀਜ਼ ਦੀ ਲੋੜ, ਮੈਨੂੰ ਵੀਰ ਜੀ ਜਿਸ ਤਰ੍ਹਾਂ ਕਹਿਣਗੇ ਤੇ ਮੈਂ ਉਸ ਤਰ੍ਹਾਂ ਹੀ ਕਰਾਂਗੀ, ਤੇ ਜਿਸ ਤਰ੍ਹਾਂ ਮਾਲਕ ਉਹ ਚਾਹੇਗਾ ਤੇ ਵੀਰ ਜੀ ਉੱਦਾਂ ਹੀ ਕਰਨਗੇ, ਮੈਨੂੰ ਉੱਦਾਂ ਹੀ ਕਰਕੇ ਦੇ। ਮੈਂ ਉਹਨਾਂ ਦੀ ਖੁਸ਼ੀ ਵਿੱਚ ਖੁਸ਼ੀ ਹਾਂ। ਜਿਸ ਵੀਰ ਨੇ ਮੇਰੀ ਬਾਂਹ ਫੜ ਲਈ ਹੈ ਤੇ ਮੈਂ ਉਹ ਤੋਂ ਉੱਤੇ ਰਿਸ਼ਤੇਦਾਰ ਵੀ ਮੇਰੇ ਗਾੜੀ ਕੁਛ ਨਹੀਂ ਰਹਿ ਗਏ, ਤੇ ਮੈਂ ਉਹ ਰਿਸ਼ਤੇਦਾਰਾਂ ਨੂੰ ਸੱਦਣਾ ਚਾਹੁੰਦੀ ਹਾਂ ਅੱਜ, ਕਿ ਮੈਂ ਆਪਣੇ ਵੀਰ ਦੀ ਸਲਾਹ ਲੈ ਕੇ ਮੈਂ ਫਿਰ ਸੱਦਣਾ ਚਾਹੁੰਦੀ ਸੀ ਕਿ ਅੱਜ ਵੇਖੋ ਤੁਹਾਡੀ ਭੈਣ ਕਿਸ ਮੁਕਾਮ ਤੇ ਪਹੁੰਚੀ ਤੇ ਕਿਸ ਵੀਰ ਨੇ ਮੇਰੀ ਬਾਂਹ ਫੜੀ ਹੈ, ਕਿ ਸਕਾ ਭਰਾ ਵੀ ਹੋ ਸਕਦਾ ਤੇ ਮੈਨੂੰ ਦਗਾ ਦੇ ਜਾਂਦਾ, ਤੇ ਅੱਜ ਮੇਰਾ ਉਹ ਵੀਰ ਜਿੰਦਾ ਹੁੰਦਾ ਤਾਂ ਅੱਜ ਵੇਂਦਾ ਕਿ ਮੈਂ ਭੈਣ ਨੂੰ ਦਗਾ ਦਿੱਤਾ ਸੀ। ਅੱਜ ਮੇਰਾ ਉਸ ਵੀਰ ਤੋਂ ਵੀ ਵੱਧ ਕੇ ਮੈਨੂੰ ਵੀਰ ਟੱਕਰ ਗਿਆ। ਅੱਜ ਮੈਂ ਮਾਣ ਦੇ ਨਾਲ ਤੁਹਾਨੂੰ ਯਾਦ ਕਰਕੇ ਕਿਹਾ ਕਿ ਮੈਨੂੰ ਇੱਕ ਵਾਰੀ ਆਣ ਕੇ ਜ਼ਰੂਰ ਮਿਲ ਜਾਓ, ਕਿ ਮੇਰਾ ਅੰਦਰੋਂ ਮਨ ਕਰਦਾ ਹੈ। ਜ਼ਰੂਰ। ਅਸਲ 'ਚ ਭੈਣ ਜੀ ਪਤਾ ਕੀ ਆ, ਤੁਹਾਡੇ ਵਰਗੀਆਂ ਬੜੀਆਂ ਭੈਣਾਂ ਨੇ, ਬੜੀਆਂ ਮਾਤਾਵਾਂ ਨੇ, ਬੜੀਆਂ ਬੱਚੀਆਂ ਨੇ, ਜਿੱਥੇ ਮੇਰੀ ਸਤਿਗੁਰੂ ਜੀ ਡਿਊਟੀ ਲਾਉਂਦੇ ਆ ਮੈਨੂੰ ਫਿਰ ਜਾਣਾ ਪੈਂਦਾ। ਇਸ ਕਰਕੇ ਮੈਂ ਇਸ ਗੱਲ ਦੇ ਲਈ ਮੈਨੂੰ ਇਹ ਆ ਵੀ ਸਮਾਂ ਥੋੜ੍ਹਾ ਜਿਹਾ ਮੈਂ ਲੇਟ, ਕਿਉਂਕਿ ਮੇਰੀ ਲਗਾਤਾਰ ਨਜ਼ਰ ਸੀ, ਮੈਨੂੰ ਪਤਾ ਸੀ ਸੰਗਤ ਬੜਾ ਸਾਥ ਦੇ ਰਹੀ ਆ ਔਰ ਬੜਾ ਵਧੀਆ। ਅੱਛਾ, ਮੈਨੂੰ ਪਤਾ ਲੱਗਾ ਵੀ ਕੋਈ ਐਸਾ ਕੌਣ ਪਿਆਰਾ ਵਾ ਜਿਹੜਾ ਆਂਦੇ ਸਾਰਾ ਪੈਲਸ ਦਾ, ਰੋਟੀ ਪਾਣੀ ਦਾ, ਬਰਾਤ ਦਾ ਸਾਰਾ ਪ੍ਰਬੰਧ ਕਰ ਗਿਆ। ਉਹ ਵੀਰ ਜੀ ਉਹ ਕਹਿੰਦੇ ਅਸੀਂ ਆਪਣਾ ਨਾਂ ਨਹੀਂ ਦੱਸਣਾ, ਬਸ ਅਸੀਂ ਬੇਟੀ ਨੂੰ ਵਧਾ ਕਰਾਂਗੇ, ਹੱਸ ਕੇ ਵਧਾਵਾ ਕਰਾਂਗੇ। ਮੈਨੂੰ 6 ਵਾਰੀ ਫੋਨ ਆਇਆ। ਇੱਕ ਆਦਮੀ, ਉਹਦੀ ਔਲਾਦ ਨਹੀਂ ਆ, ਉਹ ਸਿਰਫ ਨਾਥ ਆਸ਼ਰਮ ਚਲਾ ਰਹੇ ਨੇ ਬੇਟੀਆਂ ਦਾ, ਪੜ੍ਹਾਈ ਲਿਖਾਈ ਦਾ। ਉਹ ਕਹਿੰਦੇ ਸਿਰਫ ਮੈਨੂੰ, ਭਾਵੇਂ ਮੈਂ ਤੁਹਾਡੇ ਕੋਲ ਹੱਥ ਜੋੜ ਕੇ ਮਾਫੀ ਮੰਗਾ, ਭਾਵੇਂ ਜਿਸ ਤਰ੍ਹਾਂ ਮਰਜ਼ੀ, ਮੈਨੂੰ ਬੇਟੀ ਦਾ ਪੱਲਾ ਗੰਢਣ ਦਿਓ। ਉਹ ਰਸਮ ਮੈਂ ਤੁਹਾਨੂੰ ਨਹੀਂ ਕਰਨ ਦੇਵਾਂਗਾ, ਉਹ ਰਸਮ ਮੈਂ ਉਸ ਵਕਤ ਖੁਦ ਮੈਂ ਕਰਾਂਗਾ। ਕਿ ਉਸ ਆਦਮੀ ਇੰਨਾ ਕੁ ਰੋਇਆ ਕਿ ਅੱਜ ਤੱਕ ਮੈਂ ਕੋਈ ਆਦਮੀ ਰੋਂਦਾ ਨਹੀਂ ਵੇਖਿਆ ਜਿੰਨਾ ਉਹ ਵੀਰ ਰੋਇਆ। ਤੇ ਮੈਂ ਵੀਰ ਜੀ ਉਹ ਰਸਮ ਤੁਹਾਡੀ ਆ ਤੇ ਤੁਹਾਡੀ ਹੀ ਰਹੇਗੀ, ਉਹ ਮੈਂ ਕਦੀ ਵੀ ਅੱਗੇ ਹੋ ਕੇ ਨਹੀਂ ਕਰਾਂਗੀ। ਤੇ ਚਲੋ ਕੋਈ ਨਹੀਂ, ਆਪਾਂ ਤੁਹਾਡੇ ਬੇਟੇ ਨੂੰ ਵੀ ਨਾਲ ਖਿਲਾਰਾਂਗੇ, ਉਹਨਾਂ ਨੂੰ ਵੀ ਨਾਲ ਲੈ ਲਾਂਗੇ ਜੇ ਉਹਨਾਂ ਦੇ ਮਨ ਦਾ ਸ਼ੌਂਕ ਆ ਕਿ ਮੈਂ ਇਸ ਧੀ ਦਾ ਆਪਣੀ ਬੇਟੀ ਬਣਾ ਕੇ ਇਹਦਾ ਪੱਲਾ ਫੜਾਉਣਾ ਚਾਹੁੰਦਾ, ਮੈਂ ਮਹਾਰਾਜ ਦੀ ਹਜ਼ੂਰੀ 'ਚ ਸੇਵਾ ਕਰਨੀ ਚਾਹੁੰਦਾ, ਕਿਉਂਕਿ ਸਤਿਗੁਰੂ ਜੀ ਨੇ ਇਹ ਸੇਵਾ ਮੇਰੇ ਕੋਲੋਂ ਵੀ ਬੜੀ ਥਾਂ ਲਈ ਆ, ਤੇ ਅਸੀਂ ਜ਼ਰੂਰ ਉਹਨਾਂ ਦਾ ਮਾਣ ਤਾਣ ਕਰਾਂਗੇ। ਤੇ ਸੰਗਤ ਨੂੰ ਇਹ ਗੱਲ ਕਹਿਣੀ ਆ, ਹੁਣ ਜਦੋਂ ਵੀ ਕੋਈ ਆਉਂਦਾ, ਕੋਈ ਫੋਨ ਕਰਦਾ, ਉਹਨਾਂ ਨੂੰ ਇਹੋ ਬੇਨਤੀ ਕਰਨੀ ਆ ਕਿ ਸਾਡੇ ਕੋਲ ਹੁਣ ਪੈਸੇ ਦੀ ਕੋਈ ਕਮੀ ਨਹੀਂ ਰਹੀ। ਆਪਣੇ ਮਨ ਦੀ ਤਸੱਲੀ ਲਈ ਤੁਸੀਂ ਬੇਟੀ ਨੂੰ ਜੋ ਖੁਸ਼ੀ ਨਾਲ ਸ਼ਗਨ ਦੇਣਾ ਉਹ ਤੁਸੀਂ ਦੇ ਸਕਦੇ ਹੋ। ਹੋਰ ਬਾਕੀ ਮੇਰੇ ਹਿਸਾਬ ਨਾਲ ਤੇ ਆ ਕਸਰ ਤੇ ਐਸੇ ਪਰਿਵਾਰ ਨੇ ਨਹੀਂ ਕੋਈ ਛੱਡੀ। ਹਾਂਜੀ ਵੀਰ ਜੀ, ਕੋਈ ਬੜੀ ਗੱਲ ਆ। ਤੇ ਦੇਖੋ ਵੀਰ ਜੀ, ਮੈਂ ਜਦੋਂ ਦਾ ਤੁਸੀਂ ਮੇਰਾ ਬਸ ਮੇਰਾ ਇੱਕੋ ਮਨ ਕਰਦਾ ਕਿ ਮੈਂ ਤੁਹਾਨੂੰ ਇੱਕ ਵਾਰੀ ਜ਼ਰੂਰ ਹੋਰ ਮਿਲਾਂ। ਤੇ ਵਿਆਹ 'ਚ ਤਾਂ ਮਿਲਣਾ, ਪਰ ਮੈਂ ਪਹਿਲਾਂ ਵੀ ਵੀਰ ਜੀ ਤੁਹਾਨੂੰ ਮਿਲਣਾ ਚਾਹੁੰਦੀ, ਕਿ ਮੇਰਾ ਮਨ ਕਰਦਾ ਕਿ ਮੈਂ ਤੁਹਾਨੂੰ ਜ਼ਰੂਰ ਮਿਲਾਂ। ਬਸ ਮੇਰਾ ਇਹੋ ਮਨ ਉਦਾਸ ਸੀ ਕਿ ਇੱਕ ਵਾਰੀ ਮੈਂ ਤੁਹਾਨੂੰ ਹੋਰ ਜ਼ਰੂਰ ਮਿਲਾਂ। ਬਸ ਮੇਰੇ ਮਨ ਦੀ ਅੱਜ ਆਸ਼ਾ ਪੂਰੀ ਹੋ। ਮੈਂ 3 ਦਿਨ ਤੁਹਾਨੂੰ ਡੀਕਦੀ ਰਹੀ, ਤੁਸੀਂ ਨਹੀਂ ਆਏ। ਜਦੋਂ ਸ਼ਾਮਾਂ ਪੈਣੀ, ਬੇਟਾ ਬੱਚਿਆਂ ਨੇ ਕਹਿਣਾ ਰੋਟੀ ਪਕਾ, ਮੈਂ ਕਹਿਣਾ ਬਹੁ ਮੇਰਾ ਖਾਣ ਨੂੰ ਜੀ ਨਹੀਂ ਕਰਦਾ, ਤੁਸੀਂ ਖਾਓ ਤੇ ਸੌਂ। ਤੇ ਬਸ ਇਹੋ ਗੱਲ ਕਹਿ ਕੇ ਤੇ ਚੁੱਪ ਕਰ ਜਾਣਾ। ਇਸ ਗੱਲ ਦਾ ਨਾ ਬਿਲਕੁਲ ਮਨ 'ਚ ਭਰਮ ਨਹੀਂ ਕਰਨਾ। ਤੁਸੀਂ ਇਹ ਹਮੇਸ਼ਾ ਇਹੋ ਸੋਚਣਾ ਵੀ ਜੇ ਤੁਹਾਡਾ ਵੀਰ ਤੁਹਾਡੇ ਕੋਲ ਨਹੀਂ ਪਹੁੰਚਿਆ ਤੇ ਤੁਹਾਡੇ ਵਰਗੀ ਕਿਸੇ ਭੈਣ ਕੋਲ ਪਹੁੰਚਿਆ। ਠੀਕ ਹੈ, ਕਿਉਂਕਿ ਮੇਰੀ ਸਤਿਗੁਰੂ ਨੇ ਡਿਊਟੀ ਐਸੀ ਲਾਤੀ ਹੈ। ਹਾਂਜੀ ਵੀਰ ਜੀ। ਹਾਂਜੀ, ਤੇ ਕੋਈ ਨਹੀਂ, ਮਹਾਰਾਜ ਕਿਰਪਾ ਕਰਨਗੇ। ਮੈਂ ਬੜਾ ਖੁਸ਼ ਹਾਂ। तमाम ਸੰਗਤਾਂ ਦਾ ਮੇਰੇ ਵੱਲੋਂ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਨੇ ਮੇਰੇ ਇੱਕ ਛੋਟੇ ਜਿਹੇ ਹੋਕੇ ਦੇ ਉੱਤੇ ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ, ਜਿਹੜੇ ਮੇਰੇ ਬੋਲਾਂ 'ਚ ਇੰਨਾ ਅਸਰ ਬਖਸ਼ਦੇ ਨੇ ਕਿ ਸੰਗਤ ਦੇ ਮਨ ਦੇ ਵਿੱਚ ਉਸ ਗੱਲ ਦਾ ਅਸਰ ਹੁੰਦਾ ਹੈ। ਔਰ ਮੇਰੀ ਉਸ ਗੱਲ ਨੂੰ ਬਿਲਕੁਲ ਸੱਚਾਈ ਮੰਨਦੇ ਹੋਏ, ਭਈ ਕਿਉਂਕਿ ਬੜੇ ਲੋਕ ਡਰਾਮੇਬਾਜ਼ ਵੀ ਬੜੇ ਨੇ, ਬੜੇ ਲੋਕੀ ਝੂਠ ਸੱਚ ਵੀ ਬੋਲਦੇ ਨੇ, ਪਰ ਜਦੋਂ ਸੰਗਤ ਆ ਕੇ ਘਰ ਵੇਖਦੀ ਆ, ਸਾਰੇ ਹਾਲਾਤ ਵੇਖਦੀ ਆ, ਤਾਂ ਉਹਨਾਂ ਨੂੰ ਯਕੀਨ ਹੋ ਜਾਂਦਾ ਕਿ ਜੋ ਕੁਝ ਵੀ ਅਸੀਂ ਵਿਖਾਲਿਆ ਸੀ, ਜੋ ਕੁਝ ਵੀ ਦੱਸਿਆ ਸੀਗਾ, ਜੋ ਵੀ ਬੀਬੀ ਸਰਬਜੀਤ ਕੌਰ ਨੇ ਆਪਣੇ ਹਾਲਾਤ ਬਿਆਨ ਕੀਤੇ ਸੀ, ਉਹ 101% ਸੱਚ ਆ। ਪਰ ਅੱਜ ਮਨ ਨੂੰ ਬਹੁਤ ਤਸੱਲੀ ਹੈ। ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ, ਸੰਗਤਾਂ ਦਾ ਧੰਨਵਾਦ। ਭਈ ਲੱਖਾਂ ਰੁਪਈਏ ਖਰਚ ਰਹੀ ਹੈ ਸੰਗਤ, ਨਾ ਵੀ ਨਹੀਂ ਦੱਸਦੇ। ਔਰ ਹੁਣ ਤਾਂ ਮੈਨੂੰ ਪਤਾ ਲੱਗਾ ਭੈਣ ਮੇਰੀ ਮਕਾਨ ਵੇਖ ਰਹੀ ਹੈ। ਵੀਰ ਜੀ, ਮੈਨੂੰ ਤੁਹਾਡੇ 'ਤੇ ਮਾਣ ਹੈ, ਅਤੇ ਜੋ ਕੁਝ ਕਰੋਗੇ ਤੁਸੀਂ ਮੈਨੂੰ ਜਿੰਨੇ 'ਚ ਰੱਖੋਗੇ ਮੈਂ ਉਹਨੇ 'ਚ ਹੀ ਖੁਸ਼ ਰਵਾਂਗੀ। ਜਿੱਥੇ ਤੁਸੀਂ ਪੈਰ ਰੱਖੋਗੇ ਮੈਂ ਉੱਥੇ ਹਾਂ ਮੇਰੀ ਹੋਏਗੀ, ਜਿੱਥੇ ਤੁਸੀਂ ਨਾ ਕਹੋਗੇ ਉੱਥੇ ਮੇਰੀ ਪਹਿਲੀਆਂ 'ਚ ਨਾ ਹੋਏਗੀ। ਵੀਰ ਜੀ ਬਿਲਕੁਲ ਹੀ, ਤੁਸੀਂ ਵੇਖੋ ਸਤਿਗੁਰੂ ਜੀ ਨੇ ਸੇਵਾ ਲਈ ਆ। ਮੈਂ ਇਸ ਤੋਂ ਪਹਿਲਾਂ ਵੀ ਮੈਂ ਬੇਟੀਆਂ ਦੇ ਵਿਆਹ ਵੀ ਕੀਤੇ ਆ ਤੇ ਉਹਨਾਂ ਦੇ ਘਰ ਵੀ ਬਣੇ ਆ,
ਤੇ ਇੱਥੇ ਵੀ ਸਤਿਗੁਰੂ ਨੇ ਇਸ ਤਰ੍ਹਾਂ ਦਾ ਮਾਹੌਲ ਬਣਾਤਾ। ਹਾਂਜੀ ਵੀਰ ਜੀ। ਫਿਰ ਬਣਿਆ ਵੇਖਿਆ ਮਕਾਨ ਕੋਈ? ਹਾਂਜੀ ਵੀਰ ਜੀ, ਇੱਥੇ ਗਲੀ 'ਚ ਲਾਗੇ ਵਿਕਣ ਡਿਆ, ਲੇਕਿਨ ਉਹ ਪੈਸੇ ਬੜੇ ਮੰਗ ਰਿਹਾ ਨੇ। ਮੈਂ ਆਪਣੇ ਵੱਲ ਜਦੋਂ ਝਾਤੀ ਮਾਰ ਤੇ ਵੀਰ ਜੀ ਮੈਂ ਤੁਹਾਡੇ ਵੱਲ ਝਾਤੀ ਮੈਂ ਇਸ ਲਈ ਵੀਰ ਗਾੜੀ ਕੁਛ ਵੀ ਧੌਣ ਤਾਂ ਚੁੱਕ ਕੇ ਮੈਂ ਕੁਛ ਨਹੀਂ ਮੰਗਾਂਗੀ। ਤੇ ਜੇ ਮੇਰੇ ਦਿਲ 'ਚ ਵੀਰ ਜੀ ਮਿਹਰ ਹੋਏਗੀ, ਮੇਰੇ ਕਰਮਾਂ 'ਚ ਹੋਏਗਾ, ਤਾਂ ਮੇਰੇ ਵੀਰ ਜੀ ਮੈਨੂੰ ਜ਼ਰੂਰ ਲੈ ਕੇ ਦੇਣਗੇ। ਤੇ ਲੇਕਿਨ ਮੈਂ ਆਪਣੇ ਮੂੰਹੋਂ ਕੁਛ ਨਹੀਂ ਮੰਗਾਂਗੀ। ਤੇ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਵੀ ਮੈਂ ਇੰਨੇ ਦਾ ਨਹੀਂ ਲੈ ਸਕਦੀ। ਕੋਸ਼ਿਸ਼ ਤੇ ਕਰਨੀ ਹੈ। ਗਲੀ ਮੁਹੱਲੇ ਨੇ ਇੱਕ ਗੱਲ ਕਹੀ ਕਿ ਅਸੀਂ ਤੇਰੇ ਨਾਲ ਵਾਂ, ਅਸੀਂ 10,000 ਤੋਂ ਇਹਨੂੰ ਵੱਧ ਨਹੀਂ ਦੇਣਾ। ਤੇ ਮਕਾਨ ਪੌਣੇ 2 ਮਰਲੇ 'ਚ ਵਾ ਤੇ ਕਹਿੰਦੇ 10 ਲੱਖ ਤੋਂ ਵੱਧ ਨਹੀਂ ਦੇਣਾ। ਹਾਂਜੀ 10 ਲੱਖ ਮਤਲਬ ਮਕਾਨ ਜੋਗੀ ਸੇਵਾ ਆ ਗਈ ਆ। ਵੀਰ ਜੀ ਮੇਰੇ ਪੇ ਮੈਂ ਤੁਹਾਡੇ ਘਰ ਝੂਠ ਨਹੀਂ ਬੋਲਦੀ। ਮੈਂ ਤੁਹਾਨੂੰ ਫੋਨ 'ਚ ਵੀ ਇਹੋ ਕਰਦੀ ਰਹੀ ਕਿ ਮੈਨੂੰ ਫੋਨ 'ਚ ਕੋਈ ਕਰੇ ਤੇ ਮੈਂ ਸੁਣ ਸਕਦੀ ਹਾਂ। ਨਾ ਮੈਨੂੰ ਫੋਟੋ ਸੈਂਡ ਕਰਨੇ ਆਉਂਦੇ, ਨਾ ਮੈਨੂੰ ਕੁਛ ਵੀ ਨਹੀਂ ਚਲਾਉਣਾ ਆਉਂਦਾ। ਜੇ ਬੱਚੇ ਲਾਗੇ ਹੋਣ ਤਾਂ ਮੈਂ ਕਹਿੰਦੀ ਕਿ ਮੈਨੂੰ ਕਰ ਦਿਓ, ਮੇਰਾ ਜੀ ਕਰਦਾ ਵਾ ਮੈਂ ਕੁਝ ਗੱਲਾਂ ਬਾਤਾਂ ਦਿਲ ਦੀਆਂ ਕਰਨਾ ਚਾਹੁੰਦੀ, ਜਾਂ ਮੈਨੂੰ ਜਾਚ ਸਿਖਾ ਦਿਓ। ਮੈਂ ਫੋਨ ਚੁੱਕ ਸਕਦੀ ਹਾਂ। ਮੈਂ ਇੱਦਣ ਇਹਦੇ ਤਰਲੇ ਕੱਢੇ, ਮੈਂ ਕਿਹਾ ਮੇਰੇ ਵੀਰ ਨੂੰ ਨਾ ਆਹ ਫੋਟੋ ਕਾਲ ਕਰ ਕਿ ਮੈਨੂੰ ਸਮਾਨ ਦੇ ਗਏ ਨੇ ਤੇ ਮੈਂ ਕਰਨਾ ਚਾਹੁੰਦੀ। ਬੇਟੀ ਨੇ ਭੇਜ ਦਿੱਤਾ ਸੀ ਮੈਨੂੰ ਸਾਰਾ ਸਮਾਨ ਦੀ ਤਸਵੀਰਾਂ। ਮੇਰੇ ਮਨ ਨੂੰ ਤਸੱਲੀ ਨਹੀਂ ਹੋਈ ਸਿਰ, ਫਿਰ ਮੈਂ ਤਾਂ ਤੁਹਾਨੂੰ ਫੋਨ ਕੀਤਾ ਵੀਰ ਜੀ। ਮੈਂ ਤੁਹਾਨੂੰ ਫੋਟੋਆਂ ਪਾਈਆਂ, ਤੁਹਾਨੂੰ ਮਿਲੀਆਂ ਨਹੀਂ, ਤੁਸੀਂ ਮੈਨੂੰ ਫੋਨ ਹੀ ਨਹੀਂ ਕੀਤਾ ਵੇਖ ਕੇ। ਮੈਂ ਤਾਂ ਤੁਹਾਨੂੰ ਇਹ ਕੀਤਾ ਸੀ। ਕੋਈ ਗੱਲ ਨਹੀਂ, ਬਿਲਕੁਲ। ਔਰ ਅਸੀਂ ਵਿਆਹ 'ਚ ਸ਼ਾਮਲ ਹੋਵਾਂਗੇ ਪੂਰੇ ਪਰਿਵਾਰ ਸਮੇਤ। ਔਰ ਵਧੀਆ ਕਿਆ ਬਾਤ ਹੈ। ਤਮਾਮ ਉਹਨਾਂ ਗੁਰਮੁਖਾਂ ਪਿਆਰਿਆਂ ਦਾ ਵੀ ਜਿਨ੍ਹਾਂ ਨੇ ਇੱਕ ਰਿਜ਼ੋਰਟ ਬੁੱਕ ਕਰਕੇ ਸਾਰਾ ਲੰਗਰ ਪਾਣੀ ਦਾ ਪ੍ਰਬੰਧ ਕਰਤਾ। ਔਰ ਬੀਬੀ ਸਰਬਜੀਤ ਨੂੰ ਪਤਾ ਹੀ ਨਹੀਂ ਇਹ ਕੌਣ ਕਰਦਾ। ਧੰਨੇ ਦੀਆਂ ਗਊਆਂ ਚਾਰਨ ਵਾਲੀ ਗੱਲ ਕੋਈ ਪਤਾ ਨਹੀਂ ਜੇ ਲੱਗਦਾ ਕੌਣ ਕੀ ਕਰ ਰਿਹਾ ਇਸ ਵਿਆਹ 'ਚ। ਸੱਚਮੁੱਚ ਸਾਧ ਸੰਗਤ ਜੀ 21 ਤਰੀਕ ਨੂੰ ਇਹ ਵਿਆਹ ਆ। ਬੀਬੀ ਸਰਬਜੀਤ ਕੌਰ ਕੋਲੋਂ ਪੁੱਛਿਓ, ਮੈਨੂੰ ਅਜੇ ਖੁਦ ਨਹੀਂ ਪਤਾ ਰਿਜ਼ੋਰਟ ਦਾ ਨਾਂ ਕੀ ਆ, ਗੁਰਦਾਸਪੁਰ ਦੇ ਵਿੱਚ। ਇਸ ਵਿਆਹ 'ਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਿਓ। ਇਸ ਬੇਟੀ ਨੂੰ ਆਸ਼ੀਰਵਾਦ ਦੇਣ ਲਈ ਆਇਓ, ਕਿਉਂਕਿ ਇਹ ਵਿਆਹ ਨਾ ਮੈਂ ਕਰ ਰਿਹਾ, ਨਾ ਬੀਬੀ ਸਰਬਜੀਤ ਕਰ ਰਹੀ ਆ। ਇਹ ਅਕਾਲ ਪੁਰਖ ਆਪ ਕਰ ਰਹੇ ਨੇ ਵਿਆਹ। ਇਸ ਬੇਟੀ ਦਾ ਵਿਆਹ ਆਪ ਕਰ ਰਹੇ ਨੇ। ਔਰ ਇਸ ਵਿਆਹ ਦੇ ਵਿੱਚ ਇੱਕ ਅਜੀਬ ਹੀ ਪੋਜ਼ਿਟਿਵ એનર્ਜੀ ਹੋਏਗੀ, ਇੱਕ ਵੱਖਰਾ ਰੂਹਾਨੀ ਮਾਹੌਲ ਹੋਏਗਾ। ਜ਼ਰੂਰ ਆਇਓ। ਔਰ ਕਦੀ ਨਿਰਾਸ਼ ਨਹੀਂ ਹੋਣਾ ਜ਼ਿੰਦਗੀ ਦੇ ਵਿੱਚ। ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਉਹਨਾਂ ਦਾ ਫਿਰ ਉਹ ਅਕਾਲ ਪੁਰਖ ਹੁੰਦਾ ਹੈ। ਔਰ ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਕਿ ਉਹ ਸਾਡੇ ਵਰਗੇ ਨਿਮਾਣਿਆਂ ਜਿਹਾਂ ਨੂੰ, ਨਿਕੰਮਿਆਂ ਜਿਹਾਂ ਨੂੰ ਇਸ ਸੇਵਾ ਲਈ ਉਹਨਾਂ ਨੇ ਚੁਣ ਲਿਆ। ਔਰ ਸੰਗਤ ਦਾ ਕੋਟਾਨ ਕੋਟ ਧੰਨਵਾਦ ਆ ਜਿਹੜੇ ਇੱਕ ਹੋਕੇ ਦੇ ਉੱਤੇ, ਇੱਕ ਬੇਨਤੀ ਦੇ ਉੱਤੇ ਲੱਖਾਂ ਰੁਪਏ ਲੈ ਕੇ ਉਹਨਾਂ ਪਰਿਵਾਰਾਂ ਤੱਕ ਪਹੁੰਚ ਜਾਂਦੇ ਆ। ਹੋਰ ਕੋਈ ਐਸੀ ਗੱਲ ਹੁਣ ਸ਼ਾਪਿੰਗ ਤੁਸੀਂ ਆਪਣੇ ਤੌਰ ਤੇ ਵੀ ਕੀਤੀ ਆ? ਕੋਈ ਸੂਟ ਸਾਟ ਖਰੀਦੇ ਬੇਟੀ ਲਈ? ਮੈਂ ਭਾਜੀ ਇੰਨੀ ਨਹੀਂ ਕੀਤੀ ਕਿ ਮੈਂ ਤੁਹਾਡੀ ਆਗਿਆ ਤੋਂ ਬਿਨਾਂ ਕੁਝ ਵੀ ਨਹੀਂ ਜਾਣਦੀ। ਮੈਨੂੰ ਵੇਖੋ, ਮੈਂ ਤੇ ਮੇਰਾ ਰੁਝੇਵਾਂ ਇੰਨਾ ਜੇ ਤੁਸੀਂ ਲਓ ਆਪਣੇ ਵਧੀਆ ਤਰੀਕੇ ਨਾਲ ਬੇਟੀ ਨੂੰ ਨਾਲ ਲੈ ਕੇ, ਜੋ ਉਹਦੇ ਮਨ ਦੀ ਰੀਝ ਆ ਉਹ ਵੀ ਪੂਰੀ ਕਰੇ। ਤੇ ਆ ਥੋੜਾ ਜਿਹਾ 골ਡ ਦਾ ਸਮਾਨ, ਹੋਰ ਕੁਝ ਚਾਹੀਦਾ ਤੇ ਉਹ ਵੀ ਦੱਸ ਦਿਓ ਅੱਜ। ਨਹੀਂ ਭਾਜੀ ਮੈਨੂੰ ਕੁਝ ਨਹੀਂ। ਭਰਾ ਕਹਿਤਾ ਤੇ ਫਿਰ ਭਰਾ ਕੋ ਝਗਣਾ ਥੋੜਾ ਕਿਸੇ ਨਹੀਂ ਵੀਰ ਜੀ, ਵੇਖੋ ਵੀਰ ਜੀ, ਭਰਾ ਸਿਰ ਤੇ ਹੱਥ ਖਾਲੀ ਰੱਖਦੇ ਤੇ ਔਰ ਨਾ ਮਾਨ ਤਾਣਾ ਧੀ ਉੱਚਾ ਹੋ ਜਾਂਦੀ ਹੈ। ਚੀਜ਼ਾਂ ਨਾਲ ਨਹੀਂ ਉੱਚਾ ਹੁੰਦੀ ਧੀ, ਸਿਰ ਮਾਨ ਦੇ ਨਾਲ ਹੀ ਕਾਫੀ ਉੱਚੀ ਹੋ ਜਾਂਦੀ ਹੈ। ਅੱਛਾ, ਤੁਹਾਡੀ ਨਾ ਬੇਟੀ ਦੇ ਵਿਆਹ ਲਈ ਮੇਰੇ ਕੋਲ ਕੁਝ ਸੇਵਾ ਆਈ ਸੀ। ਹਾਂਜੀ ਭਾਜੀ। ਤੇ ਉਹਦੇ ਵਿੱਚੋਂ ਮੈਂ ਤੁਹਾਡੀ ਇਜਾਜ਼ਤ ਨਹੀਂ ਲਈ, ਵੈਸੇ ਮੈਂ ਹੁਣ ਸਾਰੀ ਸੰਗਤ ਸੁਣ ਰਹੀ ਆ। ਮੇਰੇ ਕੋਲ 1-2 ਪਰਿਵਾਰ ਆ ਗਏ ਜਿਨ੍ਹਾਂ ਦੀਆਂ ਬੇਟੀਆਂ ਦੇ ਵਿਆਹ ਸੀ ਤੇ ਮੈਂ ਉਹਨਾਂ ਨੂੰ 10-10 ਹਜ਼ਾਰ ਰੁਪਇਆ ਵਿੱਚੋਂ ਦੇ ਦਿੱਤਾ। ਠੀਕ ਕੀਤਾ ਕਿ ਗਲਤ ਕੀਤਾ? ਬਹੁਤ ਵਧੀਆ ਕੀਤਾ ਵੀਰ ਜੀ। ਮੈਂ ਕਹਿੰਦੀ ਮੇਰੇ ਦਿਲ ਦੀ ਸੁਣ ਲਈ ਵੀਰ ਜੀ। ਜਦੋਂ ਅੱਗੇ ਤੋਂ ਵਿਆਹ ਹੋਵੇ, ਰੱਬ ਮੈਨੂੰ ਆਪਣੇ ਘਰ ਸੁੱਖ ਦੇਵੇ ਤੇ ਮੈਨੂੰ ਤੁਸੀਂ ਇੱਕ ਵਾਰੀ ਫੋਨ ਕਰ ਤੇ ਮੈਂ ਉੱਥੇ ਸੇਵਾ ਜਿੰਨੀ ਹੋ ਸਕੇਗੀ ਨਾ ਮੈਂ ਉਸ ਧੀਆਂ ਨੂੰ ਦਵਾਂਗੀ। ਤੇ ਜਿਸ ਧੀ ਦੀ ਮਾਂ ਹੈ ਨਹੀਂ ਹੈ, ਮੈਂ ਉਹਦਾ ਅੱਗੇ ਵੱਧ ਕੇ ਉਸ ਸਿਰ ਤੇ ਹੱਥ ਰੱਖਣ ਆਵਾਂਗੀ। ਤੇ ਮੈਨੂੰ ਇੰਨਾ ਮਾਣ ਹੈ ਕਿ ਮੈਂ ਆਪਣੀ ਹੀ ਧੀ ਤੋਰ ਲੱਗੀ। ਜਦੋਂ ਮੈਂ ਇੱਕ ਵੀਡੀਓ ਵੇਖੀ ਕਿ ਕਹਿੰਦੀ ਨਾ ਮੇਰਾ ਭਰਾ ਹੈ ਨਾ ਮੇਰੀ ਮਾਂ ਹੈ, ਤੇ ਉਸ ਧੀ ਵੱਲ ਵੇਖ ਕੇ ਮੇਰਾ ਲੂਈ ਕੰਡੇ ਖੜੇ ਹੋ ਗਏ ਕਿ ਕਾਸ਼ ਜੇ ਕਿਤੇ ਮੈਂ ਨਾ ਇੱਥੇ ਆਵਾਂ ਤੇ ਮੇਰੀ ਬੱਚੀਆਂ ਇਸ ਤਰ੍ਹਾਂ ਹੀ ਇਹੋ ਰੋਣ ਤੇ ਕੀ ਮਨ ਤੇ ਬੀਤੇਗੀ, ਕੋਈ ਤਰਸ ਖਾਵੇਗਾ ਕਿ ਨਹੀਂ ਖਾਵੇਗਾ। ਲੇਕਿਨ ਇਸ ਬੱਚੀ ਵਾਸਤੇ ਮੇਰੇ ਵਾਸਤੇ ਬਹੁਤ ਦਿਲ 'ਚ ਇੰਨਾ ਕੀ ਆਇਆ ਕਿ ਕਾਸ਼ ਕਿਤੇ ਮੇਰੀ ਆਪਣੀ ਬੇਟੀ ਦਾ ਵਿਆਹ ਨਾ ਹੁੰਦਾ ਤੇ ਮੈਂ ਤੇਰੇ ਕੋਲ 10 ਕਦਮ ਚੱਲ ਕੇ ਆਣਾ ਸੀ ਤੇ ਤੈਨੂੰ ਪਿਆਰ ਦੇ ਕੇ ਜਾਣਾ ਕਿ ਪੁੱਤ ਅੱਗੇ ਲਾ ਕੇ ਤੇਰੇ ਫੇਰੇ ਮੈਂ ਕਰਾਵਾਂਗੀ, ਤੇਰਾ ਸਗਨ ਯਾਰ ਮੈਂ ਆਪਣੇ ਘਰ ਲਿਆ ਕੇ ਕਰਾਂਗੀ। ਪਰ ਮੈਨੂੰ
ਥੋੜੀ ਜੀ ਮਜਬੂਰੀ ਮਰ ਗਈ ਕਿ ਮੈਂ ਕੋਈ ਗੱਲ ਨਹੀਂ ਮੈਨੂੰ ਬਸ ਮੈਨੂੰ ਵੇਖੋ ਇਹ ਜਿਹੜੀ ਉਹ ਤੁਹਾਡੀ ਕਰ ਸਕਦਾ। ਭਾਵਨਾ ਵਾ ਨਾ ਹਾਂਜੀ। ਤੁਹਾਡੀ ਭਾਵਨਾ ਨੇ ਬਹੁਤ ਵਧੀਆ ਤੁਸੀਂ ਜਵਾਬ ਦਿੱਤੇ ਆ ਵੀ ਜੇ ਮੇਰੇ ਕੋਲ ਸੇਵਾ ਤੁਹਾਡੀ ਕੁਛ ਪਈ ਆ ਤੇ ਮੈਂ ਉਹਦੇ ਵਿੱਚੋਂ ਦੂਜੀਆਂ ਧੀਆਂ ਨੂੰ ਦੇ ਸਕਣਾ। ਹਾਂ ਦੇ ਸਕਦੇ ਹੋ ਵੀਰ ਜੀ। ਅੱਜ ਤੇ ਮੇਰੀ ਕਿਉਂਕਿ ਇੱਥੇ ਹੁਣ ਸਤਿਗੁਰੂ ਨੇ ਕੋਈ ਕਮੀ ਛੱਡੀ ਨਹੀਂ। ਨਹੀਂ ਕੋਈ ਕਮੀ ਨਹੀਂ। ਉਹ ਵੀ ਧੀਆਂ ਬੂਹੋਂ ਉੱਠਣੀਆਂ ਚ ਨੇ, ਉਹ ਵੀ ਕਿਸੇ ਦੀਆਂ ਸੰਸਾਰ ਤੇ ਆਈਆਂ ਨੇ, ਜੋ ਧੀਆਂ ਸਾਹ ਲੈਣ ਆਈਆਂ ਤੇ ਉਸ ਧੀਆਂ ਦਾ ਚੰਗਾ ਘਰ ਵਸਣਾ ਚਾਹੀਦਾ ਹੈ ਤੇ ਪ੍ਰਮਾਤਮਾ ਕਰੇ ਉਹਨਾਂ ਨੂੰ ਅਗਲੇ ਆਦਮੀ ਚੰਗਾ ਜੁੜੇ ਤੇ ਚੰਗਾ ਉਹਦੀ ਦੇਖਭਾਲ ਕਰੇ, ਕੋਈ ਮਾੜਾ ਨਾ ਪੱਲੇ ਪਵੇ। ਇਹ ਹੱਥ ਜੋੜੋ ਕਿ ਮਾੜਾ ਧੀ ਪੁੱਤ ਨਾ ਪੱਲੇ ਪਵੇ। ਜਿਹੜੇ ਤੁਹਾਡੇ ਕੁੜਮ ਨੇ ਜਿੱਥੇ ਬੇਟੀ ਨੇ ਵਿਆਹੀ ਜਾਣਾ ਹਾਂਜੀ ਉਹਨਾਂ ਨੂੰ ਵੀ ਪਤਾ ਲੱਗਾ ਹੋਣਾ ਸੰਗਤ ਸਾਥ ਦੇ ਰਹੀ ਆ, ਫਿਰ ਖੁਸ਼ ਨੇ ਉਹ ਵੀ? ਹਾਂਜੀ ਉਹ ਖੁਸ਼ ਵਾ ਭਾਜੀ। ਉਹ ਪਹਿਲਾਂ ਮੇਰੀ ਗਰੀਬੀ 'ਚ ਵੀ ਖੁਸ਼ ਸੀ, ਉਹ ਹੁਣ ਵੀ ਖੁਸ਼ ਨੇ। ਇਹ ਗੱਲ ਉਹਨਾਂ ਦੀ ਮੈਨੂੰ ਬੜੀ ਵਧੀਆ ਲੱਗੀ ਆ ਹਾਂਜੀ। ਕਿਉਂਕਿ ਜਦੋਂ ਉਹਨਾਂ ਨੂੰ ਪਤਾ ਸੀ ਵੀ ਬੇਟੀ ਤਿੰਨਾਂ ਕੱਪੜਿਆਂ 'ਚ ਆ ਰਹੀ ਆ, ਇੱਥੋਂ ਕੁਝ ਨਹੀਂ ਹੈਗਾ ਹਾਂਜੀ। ਤੇ ਤਾਂ ਵੀ ਉਹਨਾਂ ਨੇ ਇਸ ਪਰਿਵਾਰ ਨਾਲ ਰਿਸ਼ਤਾ ਜੋੜਨਾ ਚਾਹਿਆ। ਹਾਂਜੀ। ਸਾਡੇ ਲਈ ਬੜੇ ਸਤਿਕਾਰਯੋਗ ਨੇ। ਹਾਂਜੀ ਬਾਕੀ ਇੱਕ ਬੇਨਤੀ ਜ਼ਰੂਰ ਕਰਾਂਗੇ, ਹਾਂਜੀ ਭਾਜੀ। ਗੁਰਸਿੱਖੀ ਵੱਲ ਜੁੜ ਜਾਣਾ ਵਾ, ਗੁਰੂ ਦੇ ਸਤਿਗੁਰੂ ਦੇ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਉਹਨਾਂ ਦਾ ਸ਼ੁਕਰਾਨਾ ਕਰਨਾ, ਹਾਂਜੀ। ਕੋਸ਼ਿਸ਼ ਕਰਨੀ ਆ ਹਾਂਜੀ ਤੁਸੀਂ ਗੁਰੂ ਵਾਲੇ ਬਣ ਕੇ ਹਾਂਜੀ। ਗੁਰੂ ਨਾਲ ਜੁੜੇ ਰਹਿਣਾ। ਤੇ ਭਾਜੀ ਮੈਂ ਆਪਣੇ ਦਿਲ 'ਚ ਬੜੇ ਚਿਰ ਦੀ ਛੋਟੇ ਹੀ ਜਦੋਂ ਪੜ੍ਹਦੇ ਸੀ ਮੈਂ ਮਿਹਨਤ ਕਰਦੀ, ਮੇਰਾ ਮਨ ਕਰਦਾ ਕਿ ਮੈਂ ਅੰਮ੍ਰਿਤ ਛਕ ਪਰ ਮੈਂ ਕੀ ਕਹਿੰਦੀ ਸੀ ਕਿ ਮੈਨੂੰ ਰੱਬ ਆਪਣਾ ਘਰ ਬਾਹਰ ਦਵੇ। ਮੈਂ ਬੜੀ ਪਾਠ ਪੂਜਾ ਕੀਤੀ ਲੇਕਿਨ ਮੈਨੂੰ ਸੁੱਖ ਨਹੀਂ ਮਿਲਿਆ। ਫਿਰ ਮੇਰਾ ਮਨ ਕੀ ਕਹਿੰਦਾ ਕਿ ਮੇਰੇ ਬੱਚੇ ਸੌਖੇ ਘਰ ਵਿਆਹੇ ਜਾਣ, ਮੈਨੂੰ ਸਿਰ ਦੀ ਛੱਤ ਮਿਲੇਗੀ, ਮੈਂ ਤੇਰਾ ਨਾਮਦਾਨ ਜ਼ਰੂਰ ਲਵਾਂਗੀ, ਮੈਂ ਅੰਮ੍ਰਿਤ ਛਕਣਾ ਵਾ। ਮੇਰੇ ਮਨ ਦੀ ਇੱਛਾ ਸੀ ਤੇ ਅੱਜ ਮੇਰੇ ਹੁਣ ਮਕਾਨ ਵੀ ਬਣ ਜਾਣਾ ਹਾਂਜੀ। ਤੇ ਸਾਰੀਆਂ ਇਛਾਵਾਂ ਪੂਰੀਆਂ ਸਮਝੋ ਹੋ ਗਈਆਂ। ਹਾਂਜੀ। ਬੇਟੀ ਦੇ ਸਹੁਰੇ ਚੰਗੇ ਨੇ, ਵਧੀਆ ਨੇ, ਉੱਥੇ ਸਤਿਗੁਰੂ ਕਿਰਪਾ ਕਰਨ, ਇਹਨੂੰ ਜ਼ਿੰਦਗੀ ਦੀ ਸਾਰੀਆਂ ਖੁਸ਼ੀਆਂ ਇਹਨੂੰ ਮਿਲਣ। ਤੇ ਠੀਕ ਮੇਰੇ ਹੈ। ਮਨ ਦੀ ਇੱਛਾ ਕਿ ਮੈਂ ਅੰਮ੍ਰਿਤ ਵਿਆਹ ਤੋਂ ਬਾਅਦ ਮੈਂ ਅੰਮ੍ਰਿਤ ਛਕਣ ਜਾਣਾ ਵਾ ਤੇ ਉਹ ਛਕਣਾ ਵੀ ਜ਼ਰੂਰ ਹੈ। ਮੈਂ ਆਪਣੀ ਗੱਲ ਜਿਹੜੀ ਆ ਮਨ ਦੀ ਉਹ ਪਗਾਣੀ ਹੈ। ਠੀਕ ਹੈ। ਅੱਛਾ, ਤੁਹਾਨੂੰ ਕਿਸੇ ਨੇ ਅੰਮ੍ਰਿਤਸਰ ਤੋਂ ਫੋਨ ਕੀਤਾ ਸੀ ਵੀ ਆ ਜਾਓ, ਤੁਹਾਨੂੰ ਕੁਝ ਕੱਪੜੇ ਸੂਟ ਦੇ ਦਿੰਦੇ ਹਾਂਜੀ। ਗਏ ਨਹੀਂ ਉੱਥੇ? ਵੀਰ ਜੀ ਉਹਨਾਂ ਨੇ ਫੋਨ ਕੀਤਾ ਸੀ 2 ਵਾਰੀ, ਉਦੋਂ ਮੈਂ ਠੀਕ ਨਹੀਂ ਹੈਗੀ ਤੇ ਮੈਂ ਵੀਰ ਜੀ ਥੋੜਾ ਟਾਈਮ ਪਾ ਲਓ ਤੁਸੀਂ ਤੇ ਮੈਂ ਆਵਾਂਗੀ। ਤੇ ਇੱਕ ਤੇ ਕਹਿੰਦੇ ਕਿ ਲੋਕੀ ਕਹਿੰਦੇ ਵਿਚਾਰਾ ਕਰਦੇ, ਮੇਰੇ ਦਿਲ 'ਚ ਤੇ ਨਹੀਂ ਹੈਗੀ, ਚਲੋ ਦੁਨੀਆ ਦੇ ਤੌਰ ਤੇ ਕਰਨੀ ਵੀ ਪੈਂਦੀ ਹੈ। ਤੇ ਮੈਂ ਵੀਰ ਜੀ ਤੁਸੀਂ ਮੈਨੂੰ ਠਹਿਰ ਕੇ ਫੋਨ ਕਰੋ। ਫਿਰ ਉਹਨਾਂ ਨੇ ਬਾਅਦ 'ਚ ਫੋਨ ਨਹੀਂ ਕੀਤਾ ਤੇ ਮੈਨੂੰ ਨੰਬਰ ਦਾ ਚੇਤਾ ਭੁੱਲ ਗਿਆ। ਫਿਰ ਮੈਂ ਵੀ ਏਡੀ ਕੋਈ ਤੰਗੀ ਨਹੀਂ ਦੇਣਾ ਚਾਹੀ ਕਿ ਮੇਰੀ ਤੇ ਹਰ ਕਾਰਜ ਪੂਰੇ ਹੋਈ ਜਾਣ ਡਿਆ ਤੇ ਚੀਜ਼ ਤੇ ਉਸ ਭੈਣ ਭਰਾ ਕੋ ਮੰਗੋ ਜਿਹੜੀ ਚੀਜ਼ ਨਹੀਂ ਹੈਗੀ, ਜਿਹੜੀ ਤੇ ਸਭ ਕੁਝ ਹੋ ਜਾਂਦਾ। ਫਿਰ ਤੇ ਭੈਣ ਭਰਾ ਨੂੰ ਨਹੀਂ ਤੰਗ ਕਰਨਾ ਚਾਹੀਦਾ ਤੇ ਇਸ ਲਈ ਮੇਰਾ ਸਭ ਕੁਝ ਹੋ ਜਾਂਦਾ। ਇਸ ਮੈਨੂੰ ਉਸ ਵੀਰ ਨੂੰ ਜੇ ਫੋਨ ਵੀ ਕਰੇਗਾ ਮੈਂ ਇੱਕੋ ਗੱਲ ਕਹਾਂਗੀ, ਵੀਰ ਜੀ ਤੁਸੀਂ ਆਪ ਵਿਆਹ ਦੇ ਵਿੱਚ ਸ਼ਾਮਲ ਹੋ, ਮੈਨੂੰ ਚੀਜ਼ ਕੁਝ ਨਹੀਂ ਚਾਹੀਦੀ। ਬਿਲਕੁਲ। ਜਦੋਂ ਵੀ ਕੋਈ ਹੁਣ ਸੰਗਤ ਫੋਨ ਕਰਦੀ ਆ ਹਾਂਜੀ ਭਾਈ। ਤੁਸੀਂ ਉਹਨਾਂ ਨੂੰ ਪੈਲਸ ਦੱਸਣਾ ਹਾਂਜੀ। ਵੀ ਮੇਰੀ ਧੀ ਨੂੰ ਆਸ਼ੀਰਵਾਦ ਦੇਣ ਆਇਓ, ਹਾਂਜੀ। ਹੁਣ ਕਿਸੇ ਚੀਜ਼ ਦੀ ਕਮੀ ਨਹੀਂ ਰਹਿ ਗਈ। ਆਪਣੀ ਖੁਸ਼ੀ ਨਾਲ ਜੋ ਮਰਜ਼ੀ ਸ਼ਗਨ ਦੇ ਜਾਏ, ਠੀਕ ਕੋਈ ਹੈ। 100 ਰੁਪਇਆ ਦੇ ਜੇ, ਕੋਈ 500 ਦੇ ਜੇ, ਹਾਂਜੀ। ਆਪਣੀ ਖੁਸ਼ੀ ਨਾਲ ਜੋ ਮਰਜ਼ੀ ਸ਼ਗਨ ਦੇ ਜਾਣ। ਹਾਂਜੀ। ਕਿਉਂਕਿ ਇਹਦੇ ਵਿੱਚ ਵੇਖੋ, ਮੈਨੂੰ ਤੁਹਾਡੀ ਬੇਟੀ ਲਈ ਲੋਕਾਂ 10 ਰੁਪਏ ਵੀ ਪੇਟੀਐਮ ਕੀਤੇ ਆ, ਹਾਂਜੀ ਵੀਰ 20 ਰੁਪਏ, 50 ਰੁਪਏ, ਇਸ ਤਰ੍ਹਾਂ ਮੇਰੇ ਕੋਲ ਪੈਸੇ ਆਏ ਆ। ਕਈਆਂ ਨੇ 50,000 ਵੀ ਭੇਜਿਆ। ਹਾਂਜੀ। ਹਾਂਜੀ। ਤੇ ਬੜੀ ਸੰਗਤ ਨੇ ਬਹੁਤ ਸਾਥ ਦਿੱਤਾ। ਉਹ ਸਾਰੀ ਲਿਸਟ ਜਿਹੜੀ ਆ ਅਸੀਂ ਵਿਆਹ ਦੀ ਵੀਡੀਓ ਬਣਾ ਕੇ ਹਾਂਜੀ ਤੇ ਸਾਰੀ ਥੱਲੇ ਲਿਸਟ ਦੇ ਦੇਣੀ ਆ, ਕਿਹੜੇ ਨੇ ਕਿੰਨੇ ਪੈਸੇ ਭੇਜੇ, ਕਿੰਨੇ ਭੇਜੇ। ਠੀਕ ਹਾਂਜੀ। ਹੈ। ਕਿਉਂਕਿ ਮੇਰੇ ਕੋਲ ਤੇ ਸਾਰੇ ਨਾਂ ਲਿਖੇ ਹੋਏ ਨੇ, ਹਾਂਜੀ। ਤੁਹਾਡੇ ਕੋਲ ਨਾਂ ਨਹੀਂ। ਜਿਹੜੇ ਸਿੱਧੇ ਅਕਾਊਂਟ 'ਚ ਆਏ ਪੈਸੇ ਤੁਹਾਨੂੰ ਸ਼ਾਇਦ ਉਹਨਾਂ ਦਾ ਪਤਾ ਵੀ ਨਹੀਂ ਹੋਣਾ ਕਿੰਨੇ ਪਾਤੇ ਆ। ਹਾਂਜੀ ਵੀਰ ਜੀ, ਕਈਆਂ ਨੇ ਗੁਪਤ ਪਾਤੇ। ਹਲੇ ਕੱਲ ਹੀ ਕਿਸੇ ਨੇ ਔਰਤ ਨੇ ਕੈਨੇਡਾ ਤੋਂ ਮਰਪੀ ਮੈਨੂੰ 2 ਲੇਡੀਜ਼ ਦਾ ਫੋਨ ਆਇਆ। ਇੱਕ ਨੇ 7 ਤਰੀਕ ਨੂੰ ਛੁੱਟੀ ਆਣਾ ਹੈ ਅੱਛਾ। ਤੇ ਉਹ ਕਹਿੰਦੇ ਕਿ ਮੈਂ ਬੇਟੀ ਨੂੰ ਲਹਿੰਗਾ ਰੈਂਟ ਤੇ ਨਹੀਂ ਪਾਉਣ ਦੇਣਾ, ਮੈਂ ਲਹਿੰਗਾ ਆਪ ਆਣ ਕੇ ਨਵਾਂ ਲੈ ਕੇ ਪਾਉਣਾ ਹੈ। ਜਿਸ ਤਰ੍ਹਾਂ ਦਾ ਬੇਟੀ ਹੱਥ ਰੱਖੇ ਮੈਂ ਉਸ ਤਰ੍ਹਾਂ ਦੀ ਪਾਵਾਂਗੀ। ਤੁਸੀਂ ਮੈਨੂੰ ਦੀਦੀ ਡੀਕਿਓ ਜ਼ਰੂਰ। 7 ਤਰੀਕ ਨੂੰ ਮੈਂ ਅੱਡੇ ਤੇ ਆਵਾਂਗੀ, ਤੁਸੀਂ ਦੋਨੇ ਆਇਓ ਤੇ ਮੈਂ ਤੁਹਾਡੇ ਨਾਲ ਹੱਸ ਕੇ ਗੱਲਾਂ ਕਰਨਾ ਚਾਹੁੰਦੀ ਹਾਂ। 7 ਤਰੀਕ ਨੂੰ ਮੈਂ ਇੱਥੇ ਆ ਜਾਣਾ ਇੰਡੀਆ ਦੇ ਵਿੱਚ। ਤੇ ਇੱਕ ਦੀਦੀ ਨੇ ਕੈਨੇਡਾ ਤੋਂ ਹੀ ਫੋਨ ਕੀਤਾ, ਉਹਨੇ ਆਪਣਾ ਨਾਮ ਤੱਕ ਨਹੀਂ ਮੈਨੂੰ ਦੱਸਿਆ। ਮੈਂ ਬੜੇ ਤਰਲੇ ਲਏ, ਮੈਂ ਦੀਦੀ ਜੀ ਮੈਂ ਹਲੇ ਸੁੱਤੀ ਉੱਠੀ ਹਾਂ ਤੇ ਤੁਸੀਂ ਮੈਨੂੰ ਇੱਕ ਵਾਰੀ ਫੋਨ ਦੱਸੋ ਕਿ ਤੁਹਾਡਾ ਨਾਮ ਕੀ। ਕਹਿੰਦੇ ਮੈਂ ਨਾਮ ਨਹੀਂ ਦੱਸਣਾ, ਤੁਸੀਂ ਮੇਰੇ ਨਾਲ ਗੱਲਾਂ ਕਰੋ। ਮੈਂ ਹਾਂਜੀ ਦੀਦੀ ਤੁਸੀਂ ਦੱਸੋ। ਤੇ ਕਹਿੰਦੇ ਮੈਂ 36,000 ਰੁਪਇਆ ਤੁਹਾਡੇ ਅਕਾਊਂਟ 'ਚ ਪਾ ਰਹੀ ਹਾਂ, ਜੇ ਤੁਹਾਨੂੰ ਮਿਲ ਜਾਵੇ ਤੇ ਮੈਨੂੰ ਪਤਾ ਜ਼ਰੂਰ ਦੇਣਾ। ਤੇ ਮੈਂ ਕਿਹਾ ਦੀਦੀ ਮੈਨੂੰ ਪੈਸੇ ਨਹੀਂ ਚਾਹੀਦੇ, ਸਾਰਾ ਸਮਾਨ। ਕਹਿੰਦੀ ਮੈਂ ਆਪਣੀ ਸ਼ਰਧਾ ਨਾਲ ਦੇ ਰਹੀ ਹਾਂ, ਮੈਨੂੰ ਤੁਹਾਡਾ ਸੁਨਾਹ ਮਿਲ ਗਿਆ ਸੀ ਕਿ ਮੈਨੂੰ ਕੁਝ ਨਹੀਂ ਚਾਹੀਦਾ, ਮੇਰੇ ਕੋਲ ਸੇਵਾ ਬੇਟੀ ਦੇ ਵਿਆਹ ਜੋਗੀ ਹੋ ਗਈ ਹੈ। ਲੇਕਿਨ ਮੈਂ ਆਪਣੀ ਮਨ ਦੀ ਖੁਸ਼ੀ ਦੇ ਨਾਲ 36,000 ਰੁਪਇਆ ਘੱਲ ਰਹੀ ਹਾਂ। ਵੈਰੀ ਗੁੱਡ। ਬਹੁਤ ਧੰਨਵਾਦ ਤਮਾਮ ਉਹਨਾਂ ਸੰਗਤਾਂ ਦਾ, ਪੂਰੀ ਦੁਨੀਆ 'ਚ ਵਸਦੇ ਸਾਡੇ ਭੈਣ ਭਰਾ। ਇੰਡੀਆ ਦੇ ਵਿੱਚੋਂ ਵੀ ਇਸ ਵਾਰ ਬਹੁਤ ਸੰਗਤ ਨੇ ਸਾਥ ਦਿੱਤਾ, ਦੇਸ਼ਾਂ ਪ੍ਰਦੇਸ਼ਾਂ 'ਚੋਂ ਸਾਡੀਆਂ ਭੈਣਾਂ, ਸਾਡੇ ਵੀਰ ਬਜ਼ੁਰਗਾਂ ਨੇ ਬੜਾ ਇਸ ਬੇਟੀ ਲਈ ਆਸ਼ੀਰਵਾਦ ਭੇਜਿਆ। ਇਸ ਪਰਿਵਾਰ ਦੀਆਂ ਖੁਸ਼ੀਆਂ ਜਿਹੜੀਆਂ ਨੇ ਨਾ
ਹਨ। ਅੱਜ ਤੁਸੀਂ ਗੱਲਬਾਤ ਤੋਂ ਚਿਹਰੇ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਅੱਜ ਬੀਬੀ ਸਰਬਜੀਤ ਕੌਰ ਦਾ ਚਿਹਰਾ ਔਰ ਇੰਨਾ ਖੁਸ਼ ਆ ਕਿਉਂਕਿ ਉਹਦੀ ਧੀ ਜਿਹੜੀ ਆ ਬੜੇ ਵਧੀਆ ਘਰ ਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਸੰਗਤ ਦੇ ਸਾਥ ਦੇ ਨਾਲ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਣੇ ਘਰ ਜਿਹੜੀ ਆ ਉਹ ਜਾਣ ਲੱਗੀ ਆ। 21 ਤਰੀਕ ਤੱਕ ਅਜੇ ਹੋਰ ਸੰਗਤਾਂ ਨੇ ਬਹੁਤ ਸੇਵਾ ਕਰਨੀ ਆ। ਬਾਕੀ ਸਤਿਗੁਰੂ ਕਿਰਪਾ ਕਰਨ, ਕਿਸੇ ਚੀਜ਼ ਦੀ ਕਮੀ ਨਹੀਂ ਰਹਿਣੀ। ਤਮਾਮ ਸੰਗਤਾਂ ਦਾ ਕੋਟਾ ਅਨਕੋਟ ਧੰਨਵਾਦ ਜੀ। ਇੱਕ ਸੈਕਿੰਡ ਦੇ ਲਈ ਗੱਲ ਕਰਦੇ ਹਾਂ ਜੀ ਬੇਟੀ ਪਲਵਿੰਦਰ ਕੌਰ ਦੇ ਨਾਲ, ਜਿਸ ਦਾ ਆਨੰਦ ਕਾਰਜ 21 ਨਵੰਬਰ ਨੂੰ ਹੋਣ ਜਾ ਰਿਹਾ ਔਰ ਜਿਸ ਦੀਆਂ ਰੀਝਾਂ ਪੂਰੀਆਂ ਕਰਨ ਦੇ ਲਈ ਤਮਾਮ ਦੁਨੀਆ ਦੀ ਸੰਗਤ ਜਿਹੜਾ ਉਹ ਸਾਥ ਦੇ ਰਹੀ ਹੈ, ਕੋਈ ਕਸਰ ਨਹੀਂ ਛੱਡ ਰਹੀ। ਬੇਟਾ ਧੀਆਂ ਦੇ ਮਨ ਦੇ ਵਿੱਚ ਬੜਾ ਸ਼ੌਂਕ ਹੁੰਦਾ ਕੋਈ ਚੀਜ਼ ਲੈਣੀ ਖਰੀਦਣੀ, ਕੀ ਲੱਗਦਾ ਮਨ ਦੇ ਵਿੱਚ ਹੁਣ ਹੈ ਕੋਈ ਕਸਰ ਰਹਿ ਗਈ? ਹਾਂਜੀ, ਜੋ ਕੁਛ ਹੁਣ ਦੇ ਦੇਗਾ ਆਪਣੀ ਛੱਡ ਦੇਣਾ, ਬਾਕੀ ਮੇਰਾ ਬਹੁਤ ਵਧੀਆ ਹੋ ਚੁੱਕੇ ਦਾ। ਅੱਛਾ ਜੀ, ਮਤਲਬ ਤੁਹਾਡੇ ਮਨ 'ਚ ਕੋਈ ਐਸੀ ਖਾਸ਼ ਹੈਗੀ ਹੈ ਕਿ ਮੈਂ ਕੁੜੀਆਂ ਦੇ ਮਨ 'ਚ ਹੁੰਦਾ ਵੀ ਮੇਰਾ ਵਿਆਹ ਹੋਏ ਤੇ ਮੈਂ ਆਹ ਚੀਜ਼ ਲੈ ਕੇ ਜਾਣੀ ਹੈ, ਕੋਈ ਐਸੀ ਗੱਲ ਹੈਗੀ ਹੈ ਤੇ ਦੱਸੋ, ਸਾਰੀ ਸੰਗਤ ਸੁਣ ਰਹੀ ਹੈ ਕਿ ਜਾਂ ਲੱਗਦਾ ਕਿ ਸਭ ਕੁਝ ਆ ਹੀ ਗਿਆ? ਸਭ ਕੁਛ ਲੱਗਦਾ ਹੀ ਗਿਆ। ਬੇਟੀ ਨੂੰ ਵੀ ਲੱਗਦਾ ਕਿ ਸੰਗਤ ਨੇ ਸਭ ਕੁਝ ਭੇਜ ਹੀ ਦਿੱਤਾ, ਕਿਸੇ ਨੇ ਮਾਇਆ ਦੇ ਰੂਪ ਦੇ ਵਿੱਚ, ਕਿਸੇ ਨੇ ਸਮਾਨ ਦੇ ਰੂਪ ਦੇ ਵਿੱਚ, ਔਰ ਉਸ ਮਾਇਆ ਦੇ ਨਾਲ ਹੁਣ ਸਭ ਕੁਝ ਹੀ ਇਸ ਧੀ ਦੀ ਹਰ ਰੀਝ ਪੂਰੀ ਕੀਤੀ ਜਾ ਸਕਦੀ ਆ। ਔਰ ਬਹੁਤ ਵਧੀਆ, ਸਤਿਗੁਰੂ ਕਿਰਪਾ ਕਰਨ ਕਿ ਬੇਟੀ ਸਹੁਰੇ ਘਰ ਜਾ ਕੇ ਸੁਖੀ ਵਸੇ, ਉੱਥੋਂ ਠੰਡੀਆਂ ਹਵਾਵਾਂ ਆਉਣ ਅਤੇ ਮਾਂ ਦੀ ਜਿਹੜੀ ਇਹ ਵੀ ਖੁਸ਼ ਰਹੇ। ਹੁਣ ਸਤਿਗੁਰੂ ਕਿਰਪਾ ਕਰਨਗੇ, ਸੰਗਤ ਦੇ ਸਾਥ ਦੇ ਨਾਲ ਘਰ ਵਾਲਾ ਵੀ ਮਸਲਾ ਹੁਣ ਹੱਲ ਹੋ ਜਾਣਾ। ਬਹੁਤ ਮਿਹਰਬਾਨੀ ਜੀ। ਔਰ ਇੱਕ ਵਾਰੀ ਫੇਰ ਭੈਣ ਸਰਬਜੀਤ ਕੌਰ ਜੀ ਬਹੁਤ ਬਹੁਤ ਵਧਾਈਆਂ ਅਤੇ ਤਮਾਮ ਸੰਗਤਾਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Sujna